Hey guys, how are you? Hope you all are fine and doing great. Firstly, you are most welcome to my YouTube channel Bluebells and as well as in this video. So in today's video, I am going to explain a new chapter that is from subject science in Punjabi language, and our today's chapter name is How Plants Increase in Number. So firstly there is an introduction, and before introduction we are having take off. ਤਾਂ ਇੰਟਰੋਡਕਸ਼ਨ ਹੈਗੀ ਆ ਆਪਣੇ ਚੈਪਟਰ ਦੀ, ਪਰ ਇੰਟਰੋਡਕਸ਼ਨ ਤੋਂ ਪਹਿਲਾਂ ਟੇਕ ਆਫ ਕਾਰਨਰ ਹੈ ਅਤੇ ਉੱਥੇ ਸਾਡੇ ਤੋਂ ਕੁਐਸਚਨ ਪੁੱਟ ਕੀਤਾ ਗਿਆ, ਕੁਐਸਚਨ ਪੁੱਛਿਆ ਹੈ। ਉਹ ਕੁਐਸਚਨ ਕੀ ਹੈ? ਨਾਓ ਵੀ ਵਿਲ see that. So here is that question. Discuss what is being done in the picture given alongside. ਤਾਂ ਕਹਿੰਦੇ ਇਹ ਦੱਸੋ ਸਾਈਡ ਤੇ ਜਿਹੜੀ ਪਿਕਚਰ ਦਿੱਤੀ ਗਈ ਹੈ ਉਹਦੇ ਵਿੱਚ ਕੀ ਕੰਮ ਕੀਤਾ ਜਾ ਰਿਹਾ ਹੈ। ਆਲਸੋ ਟੈਲ ਵਾਈ ਇਜ਼ ਇਟ ਬੀਇੰਗ ਡਨ। ਇਹ ਵੀ ਦੱਸੋ ਕਿ ਇਹ ਕਿਉਂ ਕੀਤਾ ਜਾਂਦਾ ਹੈ। ਤੇ ਸਿੰਪਲੀ ਅਸੀਂ ਦੇਖ ਸਕ ਰਹੇ ਹਾਂ ਕਿ ਕੋਈ ਬੰਦਾ ਹੈ ਅਤੇ ਉਹ ਮਤਲਬ ਸੀਡਸ ਜਿਹੜੇ ਨੇ, ਬੀਜ ਨੇ, ਉਹ ਲੈਂਡ ਦੇ ਵਿੱਚ ਬੋ ਰਿਹਾ, ਸੈਂਡ ਦੇ ਵਿੱਚ ਯਾਨੀ ਮਿੱਟੀ 'ਚ, ਸੋਇਲ 'ਚ ਜਿਹੜਾ ਬੀਜ ਬੋ ਰਿਹਾ। ਸੋ ਵੀ ਕੈਨ ਸੇ the person is sowing the seeds in a piece of land. So also tell why it is being done. ਹੁਣ ਉਹਨਾਂ ਨੇ ਇਹ ਵੀ ਪੁੱਛਿਆ ਕਿ ਇਹ ਵੀ ਦੱਸੋ ਕਿ ਕਿਉਂ ਕੀਤਾ ਜਾ ਰਿਹਾ ਇਹ, ਉਹ ਬੀਜ ਕਿਉਂ ਬੋ ਰਿਹਾ ਹੈ। ਅਸੀਂ ਪਹਿਲਾਂ ਦੱਸਦਾ ਕਿ ਬੀਜ ਬੋ ਰਿਹਾ ਹੈ। ਨਾਓ ਵਾਈ ਇਟ ਇਜ਼ ਬੀਇੰਗ ਡਨ, ਕਿਉਂ ਕੀਤਾ ਜਾ ਰਿਹਾ ਇਹ ਕੰਮ। ਸੋ ਵੀ ਕੈਨ ਸੇ ਫॉर ਫੂਡ, ਕਿਉਂਕਿ ਬੀਜ ਬੋਵਾਂਗੇ ਤਾਂ ਕਰੋਪਸ ਉੱਗਣਗੇ, ਕਰੋਪਸ ਉੱਗਣਗੇ ਤਾਂ ਅਸੀਂ ਕੀ ਕਰਾਂਗੇ, ਉਸਨੂੰ ਅਨਾਜ ਜੇ ਹੋਏਗਾ ਆਪਣੇ ਕੋਲ ਤਾਂ ਹੀ ਅਸੀਂ ਅਨਾਜ ਖਾ ਕੇ ਫੂਡ ਆਪਣਾ ਜਿਹੜਾ ਹੈ ਫੂਡ ਰਿਕੁਆਇਰਮੈਂਟਸ ਪੂਰੀ ਕਰਾਂਗੇ। ਸੋ ਇਟ ਇਜ਼ ਡਨ ਟੂ ਫੁਲਫਿਲ ਆਰ ਫੂਡ ਰਿਕੁਆਇਰਮੈਂਟਸ। ਇਸ ਤਰੀਕੇ ਨਾਲ ਯੂ ਕੈਨ ਗਿਵ ਮੈਨੀ ਮੋਰ ਆਨਸਰਸ। ਸੋ ਨਾਓ ਲੈਟਸ ਸਟਾਰਟ ਦ ਚੈਪਟਰ। ਸੋ ਨਾਓ ਵੀ ਆਰ ਮੂਵਿੰਗ ਟੂ ਇੰਟਰੋਡਕਸ਼ਨ। So let's start. So we see different type of plants around us. ਤਾਂ ਕਹਿੰਦੇ ਕਿ ਅਸੀਂ ਬਹੁਤ ਤਰ੍ਹਾਂ ਦੇ ਪੇੜ ਪੌਦੇ, ਪਲਾਂਟਸ ਆਪਣੇ ਆਲੇ ਦੁਆਲੇ ਦੇਖਦੇ ਹਾਂ। Why do we need to have more and more plants around us? ਹੁਣ ਇਹ ਪੁੱਛ ਰਿਹਾ ਹੈ ਕਿ ਸਾਡੇ ਆਲੇ ਦੁਆਲੇ ਪਲਾਂਟਸ, ਇੰਨੇ ਜ਼ਿਆਦਾ ਪਲਾਂਟਸ ਹੋਣੇ ਕਿਉਂ ਜ਼ਰੂਰੀ ਨੇ। ਸਾਨੂੰ ਪਤਾ ਹੈ ਕਿ ਪਲਾਂਟਸ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ, ਕਿਉਂਕਿ ਸਭ ਤੋਂ ਮੇਨ ਇਹ ਚੀਜ਼ ਹੈ ਕਿ ਪਲਾਂਟਸ ਸਾਨੂੰ ਆਕਸੀਜਨ ਦਿੰਦੇ ਆ ਅਤੇ ਉਹਦੇ ਨਾਲ ਅਸੀਂ ਸਾਹ ਲੈਂਦੇ ਹਾਂ। ਉਹ ਸਾਨੂੰ ਫਲ ਦਿੰਦੇ ਆ ਖਾਣ ਲਈ, ਵੈਜੀਟੇਬਲਸ ਦਿੰਦੇ ਨੇ ਪੇੜ ਪੌਦੇ, ਉਹਦੇ ਨਾਲ ਹੀ ਸਾਨੂੰ ਫਰੈਸ਼ ਹਵਾ ਦਿੰਦੇ, ਆਕਸੀਜਨ ਦਿੰਦੇ, ਮਤਲਬ ਅਣਗਿਣਤ ਤਰੀਕਿਆਂ ਦੇ ਨਾਲ ਪਲਾਂਟਸ ਸਾਨੂੰ ਹੈਲਪ ਕਰਦੇ ਨੇ, ਹੈਲਪਫੁਲ ਨੇ ਸਾਡੇ ਲਈ। ਇਸ ਲਈ ਸਾਡੇ ਆਲੇ ਦੁਆਲੇ ਬਹੁਤ ਜ਼ਿਆਦਾ ਮੋਰ ਐਂਡ ਮੋਰ ਪਲਾਂਟਸ ਹੋਣੇ ਜ਼ਰੂਰੀ ਨੇ। ਠੀਕ ਹੈ, ਨੈਕਸਟ ਪੈਰਾ 'ਚ ਕੀ ਕਹਿ ਰਿਹਾ, ਪਲਾਂਟਸ ਆਰ ਆਫ ਗ੍ਰੇਟ ਇੰਪੋਰਟੈਂਸ ਇਨ ਆਰ ਡੇਲੀ ਲਾਈਫ। ਸਾਡੀ ਡੇਲੀ ਲਾਈਫ ਦੇ ਵਿੱਚ ਪਲਾਂਟਸ ਦੀ ਬਹੁਤ ਵੱਡੀ ਗ੍ਰੇਟ ਇੰਪੋਰਟੈਂਸ ਹੈ। ਕਹਿੰਦਾ ਦੇ ਗਿਵ ਅਸ ਫੂਡ, ਸਾਨੂੰ ਫੂਡ ਦਿੰਦਾ ਹੈ, ਮੈਨੀ ਯੂਜ਼ਫੁਲ ਥਿੰਗਸ ਦਿੰਦਾ, ਜਿਵੇਂ ਕਿ ਸੀਰੀਅਲ, ਦਾਲਾਂ, ਅਨਾਜ, ਵੈਜੀਟੇਬਲ, ਫਰੂਟ, ਟੀ, ਕੌਫੀ, ਵੁੱਡ, ਪੇਪਰ, ਇਹੋ ਜਿਹੀਆਂ ਬਹੁਤ ਸਾਰੀਆਂ ਯੂਜ਼ਫੁਲ ਥਿੰਗਸ ਸਾਨੂੰ ਦਿੰਦਾ। ਪਲਾਂਟਸ ਆਲਸੋ ਗਿਵ ਅਸ ਆਕਸੀਜਨ, ਸਭ ਤੋਂ ਮੇਨ ਹੈ ਸਾਨੂੰ ਉਹ ਆਕਸੀਜਨ ਦਿੰਦਾ ਹੈ। ਥਸ ਵੀ ਨੀਡ ਟੂ ਗਰੋ ਮੋਰ ਪਲਾਂਟ, ਇਸ ਲਈ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਪਲਾਂਟਸ ਜਿਹੜੇ ਗਰੋ ਕਰਨੇ ਚਾਹੀਦੇ ਹਨ। So in this lesson let us learn about the different ways by which plants increase in number. ਤਾਂ ਇਸ ਚੈਪਟਰ ਦੇ ਵਿੱਚ ਅਸੀਂ ਹੁਣ ਕੀ ਪੜ੍ਹਨਾ ਹੈ ਕਿ ਅਲੱਗ-ਅਲੱਗ ਤਰੀਕਿਆਂ ਦੇ ਨਾਲ ਇੰਨੇ ਜ਼ਿਆਦਾ ਜਿਹੜੀ ਪਲਾਂਟਸ ਦੀ ਗਰੋਥ ਹੋ ਰਹੀ ਹੈ, ਪਲਾਂਟਸ ਕਿਵੇਂ ਇਨਕਰੀਜ਼ ਹੋ ਰਹੇ ਨੇ ਡੇ ਬਾਈ ਡੇ, ਇਨ ਬਾਈ ਵਿਚ ਕਾਈਂਡ ਆਫ ਮੈਥਡਸ, ਕਿਹੜੇ-ਕਿਹੜੇ ਤਰੀਕਿਆਂ ਨਾਲ ਪਲਾਂਟਸ ਜਿਹੜੇ ਆ ਨੰਬਰ ਦੇ ਵਿੱਚ ਇਨਕਰੀਜ਼ ਹੁੰਦੇ ਜਾਂਦੇ ਆ, ਅਣਗਿਣਤ ਹੋ ਰਹੇ ਨੇ। ਅਲੱਗ-ਅਲੱਗ ਵੇਜ਼ ਨੇ, ਅਲੱਗ-ਅਲੱਗ ਮੈਥਡਸ ਨੇ, ਦੈਟ ਵੀ ਵਿਲ ਰੀਡ ਇਨ ਦਿਸ ਚੈਪਟਰ। ਸੋ ਫਸਟ ਮੈਥਡ ਹੈ ਸੀਡਸ। ਫਸਟ ਤਰੀਕਾ, ਫਸਟ ਜਿਹੜਾ ਸੋਰਸ ਹੈ ਜਿੱਥੋਂ ਗਰੋ ਹੋ ਰਿਹਾ ਸੀਡਸ, ਕਿਵੇਂ? ਸੋ ਸੀਡਸ, ਮੋਸਟ ਆਫ ਦ ਪਲਾਂਟਸ ਹੈਵ ਸੀਡਸ ਇਨਸਾਈਡ ਦੇਅਰ ਫਰੂਟ। ਤਾਂ ਕਹਿੰਦੇ ਕਿ ਬਹੁਤ ਸਾਰੇ ਪਲਾਂਟਸ ਇਹੋ ਜਿਹੇ ਨੇ ਜਿਨ੍ਹਾਂ ਦੇ ਸੀਡ ਉਹਨਾਂ ਦੇ ਫਰੂਟਸ ਦੇ ਅੰਦਰ ਹੀ ਹੁੰਦੇ ਆ। ਦੇ ਕੈਨ ਹੈਵ ਵਨ, ਅ ਫਿਊ ਔਰ ਮੈਨੀ। ਕਿਸੇ ਦੇ ਅੰਦਰ ਇੱਕੋ ਹੀ ਸੀਡ ਹੁੰਦਾ, ਕਿਸੇ ਦੇ ਅੰਦਰ ਥੋੜ੍ਹੇ ਜਿਹੇ ਸੀਡਸ ਹੁੰਦੇ ਨੇ, ਕਿਸੇ ਦੇ ਅੰਦਰ ਬਹੁਤ ਸਾਰੇ ਸੀਡਸ ਹੁੰਦੇ ਨੇ। ਫੋਰ ਐਗਜ਼ਾਮਪਲ, ਸੀਡਸ ਮਤਲਬ ਬੀਜ, ਠੀਕ ਹੈ। ਫੋਰ ਐਗਜ਼ਾਮਪਲ ਮੈਂਗੋਜ਼ ਹੈਵ ਵਨ ਸੀਡ, ਮੈਂਗੋ ਜਿਹੜਾ ਹੈ ਅੰਬ ਹੈ ਉਹਦੇ ਅੰਦਰ ਇੱਕ ਸੀਡ ਹੁੰਦਾ ਹੈ।
ਪੀਸ ਯਾਨੀ ਕਿ ਮਟਰ ਜਿਹੜੇ ਹੁੰਦੇ ਨੇ ਉਹਦੇ ਵਿੱਚ ਥੋੜ੍ਹੇ ਜਿਹੇ 4-5 ਸੀਡ ਹੁੰਦੇ ਨੇ, 4-5 ਬੀਜ ਹੁੰਦੇ ਨੇ। ਵਾਈਲ ਪਪਾਇਆਜ਼ ਆਰ ਮੈਨੀ ਸੀਡਸ, ਪਪਾਇਆਜ਼ ਹੈਵ ਮੈਨੀ ਸੀਡਸ, ਪਪਾਇਆਜ਼ ਦੇ ਅੰਦਰ ਬਹੁਤ ਸਾਰੇ ਸੀਡਸ ਹੁੰਦੇ ਆ। ਇਹ ਸੀਡਸ ਦੇ ਬਾਰੇ ਦੱਸਦੇ ਆ, ਜਿਵੇਂ ਕਿ ਆਹ ਦੇਖੋ ਪਿਕਚਰ ਦੇ ਵਿੱਚ ਦੱਸਿਆ ਹੋਇਆ ਮੈਂਗੋ ਦੇ ਵਿੱਚ 1 ਹੈ, ਠੀਕ ਹੈ। ਆਹ ਦੇਖੋ ਪਪਾਇਆ ਦੇ ਵਿੱਚ ਬਹੁਤ ਸਾਰੇ ਨੇ। ਮਤਲਬ ਆਲਮੋਸਟ ਕੀ ਹੁੰਦਾ ਹੈ ਕਿ ਪਲਾਂਟਸ ਦੇ ਜਿਹੜੇ ਫਰੂਟ ਹੁੰਦੇ ਨੇ, ਪਲਾਂਟਸ ਦੇ ਉੱਪਰ ਫਰੂਟਸ ਜਿਹੜੇ ਗਰੋ ਕਰਦੇ ਨੇ, ਉਹ ਫਰੂਟ ਦੇ ਅੰਦਰ ਹੀ ਬੀਜ ਜਿਹੜੇ ਹੁੰਦੇ ਹੀ ਹੁੰਦੇ ਨੇ। ਕਈਆਂ ਦੇ ਕੋਲ ਇੱਕ ਬੀਜ ਹੁੰਦਾ, ਕਈਆਂ ਦੇ ਕੋਲ ਥੋੜ੍ਹੇ ਹੁੰਦੇ ਨੇ, ਕਈਆਂ ਕੋਲ ਬਹੁਤ ਜ਼ਿਆਦਾ ਹੁੰਦੇ ਨੇ। ਸੋ ਮੂਵਿੰਗ ਟੂ ਨੈਕਸਟ ਪੇਜ ਆਫ ਦਿਸ ਲੈਸਨ। ਸੋ ਔਨ ਨੈਕਸਟ ਪੇਜ ਦੇ ਸੈਟ ਕਿ ਨਿਊ ਪਲਾਂਟਸ ਗਰੋ ਫਰੋਮ ਸੀਡਸ, ਨਵੇਂ ਪਲਾਂਟਸ ਜਿਹੜੇ ਹੁੰਦੇ ਆ ਉਹ ਸੀਡਸ ਤੋਂ ਬਣਦੇ, ਯਾਨੀ ਬੀਜ ਤੋਂ ਹੀ ਉੱਗਦੇ ਨੇ। ਸਮ ਸੀਡਸ ਡੂ ਨਾਟ ਗਰੋ ਇਨਟੂ ਨਿਊ ਪਲਾਂਟ ਬਿਕੋਜ਼ ਆਫ ਫੋਲੋਇੰਗ ਰੀਜ਼ਨ, ਕਈ ਇਹੋ ਜਿਹੇ ਮਤਲਬ ਬੀਜ ਹੁੰਦੇ ਨੇ, ਸੀਡਸ ਹੁੰਦੇ ਨੇ ਜਿਹਦੇ ਤੋਂ ਨਵੇਂ ਪਲਾਂਟਸ ਉੱਗਦੇ ਹੀ ਨਹੀਂ, ਪਰ ਉਹਦੇ ਵੀ ਕਈ ਰੀਜ਼ਨਸ ਹੁੰਦੇ ਨੇ। ਕਿਹੜੇ ਰੀਜ਼ਨ ਨੇ? ਫਸਟ ਰੀਜ਼ਨ ਹੈ ਸਮ ਸੀਡਸ ਡੂ ਨਾਟ ਫਾਈਂਡ ਸੂਟੇਬਲ ਕੰਡੀਸ਼ਨ ਸੱਚ ਐਜ਼ ਏਅਰ, ਵਾਟਰ, ਸੋਇਲ ਐਂਡ ਵਾਰਮਥ, ਕਈ ਸੀਡਸ ਨੂੰ ਸੂਟੇਬਲ ਕੰਡੀਸ਼ਨਸ ਨਹੀਂ ਮਿਲਦੀਆਂ ਗਰੋਥ ਲਈ, ਜਿਵੇਂ ਕਿ ਏਅਰ ਵੀ ਬਹੁਤ ਇੰਪੋਰਟੈਂਟ ਹੈ, ਵਾਟਰ ਇੰਪੋਰਟੈਂਟ ਹੈ, ਵਾਰਮਥ ਗਰਮੀ ਇੰਪੋਰਟੈਂਟ ਹੈ। ਤਾਂ ਕਈ ਸੀਡਸ ਨੂੰ ਇਹਨਾਂ 'ਚ ਕੁਛ ਨਾ ਕੁਛ ਮਿਲਦਾ ਨਹੀਂ, ਪ੍ਰੋਪਰ ਰਿਕੁਆਇਰਮੈਂਟਸ ਮਿਲਦੀਆਂ ਨਹੀਂ, ਇਸ ਲਈ ਕੀ ਹੁੰਦਾ ਕਿ ਸੀਡ ਤੋਂ ਨਵਾਂ ਪਲਾਂਟ ਉੱਗਦਾ ਹੀ ਨਹੀਂ। ਸੈਕਿੰਡ ਰੀਜ਼ਨ ਕੀ ਦੱਸਿਆ ਕਿ ਸਮਟਾਈਮਸ ਦ ਸੀਡਸ ਆਰ ਨੋਟ ਫੁਲੀ ਡਿਵਲਪਡ ਵੈਨ ਦੇ ਸੈਪਰੇਟ ਫਰੋਮ ਦ ਪੇਰੈਂਟ ਪਲਾਂਟ। ਪੇਰੈਂਟ ਪਲਾਂਟ ਮਤਲਬ ਉਹ ਬੀਜ ਜਿਹੜੇ ਪਲਾਂਟ ਦੇ ਫਰੂਟ 'ਚੋਂ ਆਇਆ ਹੈ। ਕਈ ਵਾਰ ਕੀ ਹੁੰਦਾ ਕਿ ਉਹ ਪੂਰੀ ਤਰ੍ਹਾਂ ਬੀਜ ਪੂਰੀ ਤਰ੍ਹਾਂ ਬਣਦਾ ਹੀ ਨਹੀਂ, ਸੀਡ ਪੂਰੀ ਤਰ੍ਹਾਂ ਬਣਦਾ ਹੀ ਨਹੀਂ, ਕਿ ਉਹ ਸੈਪਰੇਟ ਹੋ ਜਾਂਦਾ ਪੇਰੈਂਟ ਪਲਾਂਟ ਤੋਂ। ਦੈਟਸ ਵਾਈ ਅ ਨਿਊ ਪਲਾਂਟ ਡਜ਼ਨਟ ਗਰੋ ਫਰੋਮ ਇਟ। ਸੋ ਵਾਟਸ ਹੈਪਨਿੰਗ ਦੈਟ ਸਮਟਾਈਮ ਸੀਡਸ ਆਰ ਨੋਟ ਫੁਲੀ ਡਿਵਲਪਡ, ਪੂਰੀ ਤਰ੍ਹਾਂ ਨਹੀਂ ਬਣਦਾ, ਐਂਡ ਵੈਨ ਦੇ ਸੈਪਰੇਟ ਆਪਣੇ ਪੈਰੈਂਟ ਪਲਾਂਟ ਤੋਂ ਦੂਰ ਹੋ ਜਾਂਦੇ ਨੇ, ਬਿਨਾਂ ਅੱਧਾ ਬਣਿਆ ਹੋਇਆ ਤਾਂ ਉਹ ਗਰੋ ਨਹੀਂ ਕਰੇਗਾ। ਸੋ ਸੀਡ ਜਦ ਪੂਰੀ ਤਰ੍ਹਾਂ ਨਹੀਂ ਬਣਦਾ, ਫੋਰਮ ਨਹੀਂ ਹੁੰਦਾ, ਇਸ ਲਈ ਪਲਾਂਟ ਵੀ ਫੋਰਮ ਨਹੀਂ ਹੁੰਦਾ ਨਿਊ ਉਹਦੇ ਤੋਂ। ਥਰਡ ਰੀਜ਼ਨ ਜਿਹੜਾ ਦਿੱਤਾ ਹੈ ਕਿ ਸੀਡਸ ਆਰ ਈਟਨ ਬਾਈ ਇਨਸੈਕਟ ਐਂਡ ਅਦਰ ਐਨੀਮਲ, ਜਿਹੜੇ ਸੀਡਸ ਨੇ ਕਈ ਉਹਨੂੰ ਇਨਸੈਕਟ ਖਾ ਜਾਂਦੇ ਨੇ, ਕਈ ਹੋਰ ਜਾਨਵਰ ਖਾ ਜਾਂਦੇ ਨੇ, ਇਸ ਲਈ ਉਸ ਸੀਡ ਤੋਂ ਪਲਾਂਟ ਗਰੋ ਨਹੀਂ ਕਰਦਾ। ਸਮ ਸੀਡਸ ਆਰ ਡਿਸਟਰੋਏ ਬਿਕੋਜ਼ ਆਫ ਹੈਵੀ ਰੇਨ ਔਰ ਸਟੋਰਮਸ, ਕਈ ਸੀਡਸ ਖਰਾਬ ਹੋ ਜਾਂਦੇ ਨੇ ਜਦ ਬਹੁਤ ਜ਼ਿਆਦਾ ਤੇਜ਼ ਮੀਂਹ ਅਤੇ ਤੂਫਾਨ ਵਗੈਰਾ ਹੁੰਦਾ। ਥਰਡ ਮੈਨੀ ਆਫ ਸੀਡਸ ਪ੍ਰੋਡਿਊਸ ਬਾਈ ਪਲਾਂਟਸ ਆਰ ਨੋਟ ਏਬਲ ਟੂ ਗਰੋ ਇਨਟੂ ਅ ਨਿਊ ਪਲਾਂਟ, ਤਾਂ ਕਹਿੰਦੇ ਕਿ ਇਸ ਲਈ ਬਹੁਤ ਸਾਰੇ ਸੀਡਸ ਜਿਹੜੇ ਪਲਾਂਟਸ ਪ੍ਰੋਡਿਊਸ ਕਰਦੇ ਆ, ਪੈਦਾ ਕਰਦੇ ਆ, ਉਹ ਅੱਗੇ ਨਵੇਂ ਪਲਾਂਟ ਨਹੀਂ ਬਣਾ ਪਾਉਂਦੇ। ਇਸ ਲਈ ਦਿਸ ਇਜ਼ ਵਾਈ, ਇਸ ਲਈ ਪਲਾਂਟਸ ਪ੍ਰੋਡਿਊਸ ਅ ਲਾਰਜ ਨੰਬਰ ਆਫ ਸੀਡਸ, ਇਸ ਲਈ ਪਲਾਂਟਸ ਜਿਹੜੇ ਨੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਸੀਡਸ ਪ੍ਰੋਡਿਊਸ ਕਰਦੇ ਆ, ਕਿਉਂਕਿ ਕਈ ਤਾਂ ਉਹਨਾਂ 'ਚੋਂ ਡਿਸਟਰੋਏ ਹੋ ਜਾਂਦੇ ਨੇ, ਕਈ ਐਨੀਮਲ ਖਾ ਜਾਂਦੇ ਨੇ, ਕਈ ਖਰਾਬ ਹੁੰਦੇ ਨੇ, ਇਸ ਲਈ ਉਹਨਾਂ 'ਚ ਜਿਹੜੇ ਥੋੜ੍ਹੇ ਜਿਹੇ ਪਿੱਛੋਂ ਬਚ ਕੇ ਰਹਿ ਜਾਂਦੇ ਨੇ ਉਹਨਾਂ ਤੋਂ ਨਿਊ ਪਲਾਂਟ ਬਣਦਾ ਹੈ, ਬਾਕੀ ਤਾਂ ਖਰਾਬ ਹੋ ਜਾਂਦੇ ਨੇ, ਇਸ ਲਈ ਬਹੁਤ ਜ਼ਿਆਦਾ ਜਿਹੜੇ ਸੀਡਸ ਨੇ ਪ੍ਰੋਡਿਊਸ ਕਰਦੇ ਆ। So now we are going to learn the parts of seed. So seeds differ in shape and size but have same basic parts. ਅਲੱਗ ਅਲੱਗ ਫਰੂਟਸ ਦੇ ਅਲੱਗ ਅਲੱਗ ਪਲਾਂਟਸ ਦੇ ਅਲੱਗ ਅਲੱਗ ਸੀਡਸ ਹੁੰਦੇ ਨੇ, ਕਈਆਂ ਦੀ ਅਲੱਗ ਸ਼ੇਪ ਹੁੰਦੀ ਹੈ, ਸਾਈਜ਼ ਅਲੱਗ ਹੁੰਦਾ, ਪਰ ਜਿਹੜਾ ਬੇਸਿਕ ਪਾਰਟਸ ਨੇ ਉਹਨਾਂ ਦੇ ਔਰਗਨਸ ਨੇ, ਪਾਰਟਸ ਨੇ, ਉਹ ਸੇਮ ਹੀ ਹੁੰਦੇ ਆ ਸਾਰਿਆਂ ਦੇ। ਤਾਂ ਸਭ ਤੋਂ ਪਹਿਲਾ ਜਿਹੜਾ ਪਾਰਟ ਹੈ ਸੀਡ ਦਾ ਉਹ ਹੈਗਾ ਜੀ ਸੀਡ ਕੋਟ। ਸੋ ਈਚ ਸੀਡ ਇਜ਼ ਕਵਰ ਬਾਏ ਅ ਸੀਡ ਕੋਟ, ਹਰੇਕ ਸੀਡ ਜਿਹੜਾ ਕਵਰ ਹੁੰਦਾ ਇੱਕ ਕਵਰਿੰਗ ਦੇ ਨਾਲ, ਜਿਸ ਨੂੰ ਸੀਡ ਕੋਟ ਕਹਿੰਦੇ ਆ। ਦ ਸੀਡ ਕੋਟ ਪ੍ਰੋਟੈਕਟ ਦ ਇਨਰ ਪਾਰਟ ਆਫ ਦ ਸੀਡ, ਦ ਸੀਡ ਕੋਟ ਕੀ ਕਰਦਾ, ਉਸਦਾ ਇਨਰ ਪਾਰਟ ਹੈ ਜਿਹੜਾ ਅੰਦਰਲਾ ਪਾਰਟ ਹੈ, ਨਾਜ਼ੁਕ ਪਾਰਟ, ਉਸਨੂੰ ਪ੍ਰੋਟੈਕਟ ਕਰਦਾ। ਸੈਕਿੰਡ ਜੋ ਪਾਰਟ ਹੈ ਦੈਟ ਇਜ਼ ਕੋਟਿਲੇਡਨਸ। ਸੋ ਇਨਸਾਈਡ ਦ ਸੀਡ ਕੋਟ ਦੇ ਅੰਦਰ ਆਲ ਸੀਡਸ ਹੈਵ 1 or 2 ਸੀਡ ਲੀਵਸ, ਅਤੇ ਛੋਟੇ ਛੋਟੇ ਪੱਤੇ ਹੁੰਦੇ ਆ, ਲੀਵਸ ਹੁੰਦੇ ਆ, ਜਿਨ੍ਹਾਂ ਨੂੰ ਅਸੀਂ ਕੋਟਿਲੇਡਨਸ ਵੀ ਕਹਿ ਦਿੰਦੇ ਹਾਂ। ਸੋ ਕੋਟਿਲੇਡਨਸ ਆਰ ਲੇਡਨ ਵਿਦ ਅ ਫੂਡ ਮਟੀਰੀਅਲ, ਤਾਂ ਉਹ 2 ਪੱਤੇ ਹੁੰਦੇ ਆ ਹਰੇਕ ਸੀਡ ਦੇ ਅੰਦਰ, ਜਿਨ੍ਹਾਂ ਨੂੰ ਅਸੀਂ ਕੋਟਿਲੇਡਨਸ ਕਹਿੰਦੇ ਹਾਂ। ਸੀਡ ਕੋਟ ਦੇ ਅੰਦਰ 2 ਪੱਤੇ ਹੁੰਦੇ ਨੇ ਸੀਡ ਦੇ ਅੰਦਰ, ਠੀਕ ਹੈ। ਸੀਡ ਕੋਟ ਜਿਹੜਾ ਆਊਟਰ ਕਵਰਿੰਗ ਦੇ ਅੰਦਰ 2 ਪੱਤੇ ਹੁੰਦੇ ਨੇ, ਸੀਡ ਲੀਵਸ ਹੁੰਦੇ ਨੇ ਛੋਟੇ ਛੋਟੇ, ਜਿਨ੍ਹਾਂ ਨੂੰ ਅਸੀਂ ਕੋਟਿਲੇਡਨ ਵੀ ਕਹਿ ਦਿੰਦੇ ਨੇ। ਅਤੇ ਜਿਹੜੇ ਕੋਟਿਲੇਡਨਸ ਕੀ ਹੈਲਪ ਕਰਦੇ ਨੇ ਸੀਡ ਨੂੰ, ਤਾਂ ਕਿ ਉਹਦੇ ਅੰਦਰ ਜੋ ਵੀ ਫੂਡ ਮਟੀਰੀਅਲ ਪ੍ਰੋਵਾਈਡ ਸੀਡ ਨੂੰ ਕਰਦਾ, ਕਿਉਂਕਿ ਸੀਡ ਨੂੰ ਵੀ ਜਿੰਦਾ ਰਹਿਣਾ, ਮਤਲਬ ਉਸਨੇ ਵੀ ਵਰਕ ਕਰਨਾ, ਇਸ ਲਈ ਉਸਨੂੰ ਫੂਡ ਮਟੀਰੀਅਲ ਦੇਣ ਦਾ ਕੰਮ ਕਰਦਾ। So that is the work of cotyledons. So bean, gram, pea seeds have 2 cotyledons, ਜਿਹੜੇ bean, gram
ਔਰ ਹੇਅਰ ਵਾਟ ਦੇ ਆਰ ਸੇਇੰਗ ਕਿ ਬੀਨ ਗ੍ਰਾਮ ਪੀ ਸੀਡ ਜਿਹੜੇ ਨੇ ਉਹਨਾਂ ਕੋਲ 2 ਕੋਟੀਲੇਡਨਸ ਹੁੰਦੇ ਨੇ, 2 ਲੀਵਸ ਹੁੰਦੇ ਨੇ। ਸੱਚ ਸੀਡਸ ਆਰ ਨੋਨ ਐਜ਼ ਡਾਈਕੋਟੀਲੇਡਨਸ ਔਰ ਡਾਈਕੋਟ ਸੀਡਸ। ਤੇ ਜਿਨ੍ਹਾਂ ਦੇ 2 ਕੋਟੀਲੇਡਨਸ ਹੁੰਦੇ ਨੇ, 2 ਲੀਵਸ ਹੁੰਦੇ ਨੇ, ਉਹਨਾਂ ਦੇ ਅੰਦਰ ਉਹਨਾਂ ਨੂੰ डाइकोटिलेडनियस या फिर डाइकोट सीड्स कहा जाता है। राइस व्हीट एंड मेज सीड्स हैव ओनली 1 कोटिलेडन। राइस व्हीट मेज ਜਿਹੜੇ ਬੀਜ ਹੁੰਦੇ ਨੇ ਉਹਨਾਂ ਦਾ ਇੱਕੋ ਹੀ ਕੋਰਡੀਲੇਟਨ ਹੁੰਦਾ, ਇੱਕੋ ਹੀ ਸੀਡ ਲੀਫ ਹੁੰਦਾ ਹੈ ਐਂਡ ਇਸ ਲਈ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ, ਮੋਨੋਕੋਟੀਲੇਡਨੀਅਸ ਔਰ ਮੋਨੋਕੋਟ ਸੀਡਸ। ਇਸ ਲਈ ਉਹਨਾਂ ਨੂੰ ਅਸੀਂ ਮੋਨੋਕੋਟੀਲੇਡਨੀਅਸ ਐਂਡ ਮੋਨੋਕੋਟ ਸੀਡਸ ਜਾਂ ਮੋਨੋਕੋਟ ਸੀਡਸ ਕਹਿੰਦੇ ਆ। ਤਾਂ ਨੀਚੇ ਤੁਸੀਂ ਡਾਇਗਰਾਮ ਦੇਖ ਸਕਦੇ ਹੋ, ਇਹ ਹੈਗੇ ਆ ਡਾਈਕੋਟ ਸੀਡਸ ਐਂਡ ਦੀਜ਼ ਆਰ ਮੋਨੋਕੋਟ ਸੀਡਸ। ਇਹਨਾਂ ਦੇ ਇੱਕ ਹੁੰਦੇ ਆ, ਇਹਨਾਂ ਦੇ 2 ਡਾਈਕੋਟ ਦੇ 2 ਕੋਰਡੀਲੇਟਨ ਤੇ ਇਹਨਾਂ ਦੇ ਮੋਨੋਕੋਟ ਦੇ 1 ਹੁੰਦਾ। ਸੋ ਮੂਵਿੰਗ ਟੂ ਨੈਕਸਟ ਪੇਜ of this chapter. So now we are going to do the last part of seed, that is embryo. So when you separate the cotyledon in a dicot seed you will see an embryo. ਤਾਂ ਕਹਿੰਦੇ ਕਿ ਜਦ ਤੁਸੀਂ ਕੋਟੀਲੇਡਨਸ ਨੂੰ ਡਾਈਕੋਟ ਸੀਡ ਉਹੀ ਹੁੰਦੇ ਆ ਨਾ ਡਾਈਕੋਟ ਜਿਨ੍ਹਾਂ ਦੇ ਅੰਦਰ 2 ਕੋਟੀਲੇਡਨਸ ਹੋਣ, ਤੇ ਜਦ ਆਪਾਂ 2 ਕੋਟੀਲੇਡਨਸ ਨੂੰ ਸੈਪਰੇਟ ਕਰਦੇ ਹਾਂ, ਦੂਰ ਕਰਦੇ ਇੱਕ ਦੂਜੇ ਤੋਂ, ਤਾਂ ਆਪਾਂ ਕੀ ਦੇਖਾਂਗੇ, ਐਂਬਰੀਓ ਦੇਖਾਂਗੇ ਔਰ ਬੇਬੀ ਪਲਾਂਟਸ। ਦਾ ਜਿਹੜਾ ਬੇਬੀ ਪਲਾਂਟ ਗਰੋ ਹੁੰਦਾ ਹੈ ਦੈਟ ਇਜ਼ ਨੋਨ ਐਜ਼ ਐਂਬਰੀਓ ਬਿਟਵੀਨ ਦੈਮ ਵਿਚ ਵਿਲ ਲੇਟਰ ਗੋ ਇਨਟੂ ਅ ਨਿਊ ਪਲਾਂਟ, ਜਿਹੜਾ ਕਿ ਬਾਅਦ 'ਚੋਂ ਨਵੇਂ ਪਲਾਂਟਸ ਦੇ ਵਿੱਚ ਗਰੋ ਕਰਨਾ ਹੁੰਦਾ ਹੈ। ਦ ਐਂਬਰੀਓ ਕੰਸਿਸਟ ਆਫ ਅ ਬੇਬੀ ਰੂਟ called radicle and baby shoot called plumule. So these are the 2 parts which the embryo is having. So the cotyledons provide the baby plant with the food. Cotyledons provide the baby plant with the food it needs. It can make the food for itself. The embryo food provide करता है baby plant ਨੂੰ, supply करता है। So now in this chapter next concept is germination of seed. So a seed start growing when it gets the right amount. So the seed start growing when it gets the right amount of air, water, sunlight. Seed ਉਦੋਂ ਹੀ grow ਕਰਦਾ ਹੈ ਨਿਊ ਪਲਾਂਟਸ ਦੇ ਵਿੱਚ ਜਦ ਉਹਨੂੰ ਸਹੀ ਮਾਤਰਾ ਦੇ ਵਿੱਚ ਏਅਰ ਮਿਲੇ, ਵਾਟਰ ਮਿਲੇ ਤੇ ਸਨਲਾਈਟ ਮਿਲੇ। A baby plant is also called seedling. ਬੇਬੀ ਪਲਾਂਟ ਨੂੰ ਸੀਡਲਿੰਗ ਵੀ ਕਿਹਾ ਜਾਂਦਾ ਹੈ। So this process of changing of a seed into a seedling मतलब कि seed तो बेबी plant ਦੇ ਵਿੱਚ change ਹੋਣਾ is called germination. ਇਸ ਨੂੰ germination ਕਹਿੰਦੇ ਆ। ਹੁਣ germination process ਦੇ ਵੀ ਕਈ ਮਤਲਬ ਪਾਰਟਸ ਹੁੰਦੇ ਨੇ ਨੰਬਰ 1 ਤੇ ਇੱਦਾਂ ਹੁੰਦਾ, ਨੰਬਰ 2 ਤੇ ਇੱਦਾਂ ਹੁੰਦਾ। ਇਹਦੀ ਮੈਂ ਅਰਲੀਅਰ ਇਸ ਕਨਸੈਪਟ ਦੇ ਉੱਪਰ ਜਰਮੀਨੇਸ਼ਨ ਦੇ ਉੱਪਰ ਆਈ ਹੈਵ ਆਲਰੇਡੀ ਮੇਡ ਬਹੁਤ ਹੀ ਅੱਛੇ ਤਰੀਕੇ ਨਾਲ ਦੱਸਿਆ ਸੀ ਜਰਮੀਨੇਸ਼ਨ ਬਾਰੇ, ਪਹਿਲਾਂ ਇੱਕ ਵੀਡੀਓ ਬਣਾ ਚੁੱਕੀ ਹਾਂ, ਯੂ ਕੈਨ ਸੀ ਦੈਟ, ਬਟ I should continue my chapter. So step of germination ਕੀ ਆ, during the process of germination the seed absorb water and seed coat become soft. ਤਾਂ germination ਦੇ ਵਿੱਚ ਕੀ ਹੁੰਦਾ ਹੈ, ਫਸਟ ਸਟੈਪ ਦੇ ਵਿੱਚ ਸੀਡ ਜਿਹੜਾ ਕਿ ਪਾਣੀ ਨੂੰ ਅਬਜ਼ੋਰਬ ਕਰ ਲੈਂਦਾ ਹੈ, ਮਿੱਟੀ ਦੇ ਵਿੱਚ ਹੁੰਦਾ ਜਦ, ਤਾਂ ਉਹਦਾ ਸੀਡ ਕੋਟ ਜਿਹੜਾ ਕਿ ਸੌਫਟ ਬਣ ਜਾਂਦਾ ਹੈ। ਦ ਐਂਬਰੀਓ ਸਟਾਰਟ ਗਰੋਇੰਗ ਇਨਸਾਈਡ ਦਾ ਸੀਡ, ਤਾਂ ਸੀਡ ਦੇ ਅੰਦਰ ਜਿਹੜਾ ਐਂਬਰੀਓ ਯਾਨੀ ਕਿ ਬੇਬੀ ਪਲਾਂਟ ਹੁੰਦਾ ਹੈ ਉੱਥੋਂ ਗਰੋ ਕਰਨਾ ਸ਼ੁਰੂ ਕਰ ਦਿੰਦਾ ਹੈ। ਐਂਡ ਦ ਰੈਡੀਕਲ emerges from the seed by breaking the seed coat. ਇਸੇ ਤਰ੍ਹਾਂ ਕਿ ਰੈਡੀਕਲ ਜਿਹੜਾ ਛੋਟਾ ਜਿਹਾ ਪਲਾਂਟ ਨਿਕਲ ਜਾਂਦਾ ਹੈ ਸੀਡ 'ਚੋਂ, ਉਹਨੂੰ ਬ੍ਰੇਕ ਕਰਕੇ, ਉਹਨੂੰ ਤੋੜ ਕੇ। ਦ ਰੈਡੀਕਲ ਫਾਰਮਸ ਅ ਰੂਟ, ਫਿਰ ਉਸ ਤੋਂ ਬਾਅਦ ਰੈਡੀਕਲ ਦੀ ਛੋਟੀ ਜਿਹੀ ਰੂਟ ਬਣ ਜਾਂਦੀ ਹੈ, ਜਿਵੇਂ ਕਿ ਆਹ ਦੇਖੋ ਪਿਕਚਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਇੱਥੇ ਆਹ ਰੈਡੀਕਲ ਵਾਲੀ ਚੀਜ਼ ਸ਼ੋ ਕੀਤੀ ਗਈ ਹੈ, ਦੇਖੋ ਛੋਟੀ ਜਿਹੀ ਰੂਟ ਨਿਕਲ ਜਾਂਦੀ ਹੈ ਜਿਹੜੀ ਕਿ ਥੱਲੇ ਨੂੰ ਗਰੋ ਕਰਨੀ ਸ਼ੁਰੂ ਕਰਦੀ ਹੈ, ਡਾਊਨ ਸਾਈਡ ਨੂੰ, ਥੱਲੇ ਨੂੰ। ਦ ਪਲੂਮਿਊਲ ਕਮਸ ਆਊਟ ਐਂਡ ਫਾਰਮਸ ਅ ਸ਼ੂਟ ਵਿਦ ਸਟੈਮ, ਤਾਂ ਪਲੂਮੀਅਲ ਜਿਹੜਾ ਹੈ ਧਰਤੀ ਤੋਂ ਬਾਹਰ ਨਿਕਲ ਆਉਂਦਾ, ਜਿਵੇਂ ਕਿ ਆਹ ਦੇਖ ਸਕਦੇ ਹੋ ਤੁਸੀਂ, ਨਿਕਲ ਆਉਂਦਾ ਹੈ, ਅਤੇ ਸ਼ੂਟ ਵਿਦ ਦ ਸਟੈਮਸ ਐਂਡ ਲੀਵਸ ਦੇ ਨਾਲ ਉਹਦੇ ਮਤਲਬ ਸਟੈਮਸ ਆ ਜਾਂਦੀਆਂ, ਲੀਵਸ ਆ ਜਾਂਦੇ। ਇਟ ਸਟਾਰਟ ਗਰੋਇੰਗ ਅਪਵਰਡ, ਅਤੇ ਜਿਹੜਾ ਸ਼ੂਟ ਹੈ ਉਹ ਉੱਪਰ ਨੂੰ ਗਰੋ ਕਰਦਾ, ਮਤਲਬ ਉਹ ਉੱਪਰ ਨੂੰ ਅਪਵਰਡ ਨੂੰ ਗਰੋ ਕਰਦਾ, ਅਤੇ ਰੂਟ ਥੱਲੇ ਨੂੰ। ਐਜ਼ ਦ ਸੀਡ ਜਰਮੀਨੇਟ ਦ ਕੋਟੀਲੇਡਨ ਪ੍ਰੋਵਾਈਡ ਫੂਡ, ਜਿਵੇਂ ਹੀ ਸੀਡ ਜਰਮੀਨੇਟ ਕਰਦਾ ਗਰੋ ਹੁੰਦਾ ਰਹਿੰਦਾ, ਕੋਟੀਲੇਡਨਸ ਫੂਡ ਜਿਹੜਾ ਬੇਬੀ ਪਲਾਂਟ ਨੂੰ ਪ੍ਰੋਵਾਈਡ ਕਰਦਾ ਅੰਟਿਲ ਇਟ ਲੀਵਸ ਗਰੋ, ਉਦੋਂ ਤੱਕ ਜਦ ਤੱਕ ਉਹਦੇ ਲੀਵਸ ਗਰੋ ਨਹੀਂ ਕਰਦੇ ਉਦੋਂ ਤੱਕ
ਜਿਹੜਾ ਕੋਰਡੀਲੇਟਡ ਉਸ ਨੂੰ ਫੂਡ ਪ੍ਰੋਵਾਈਡ ਕਰਦਾ ਹੈ। ਵਾਂਸ ਦਾ ਲੀਵਸ ਆਰ ਫੋਰਮ ਦ ਕੋਰਡੀਲੇਟਨ ਆਰ ਸ਼ੈਡ। ਇੱਕ ਵਾਰ ਲੀਵਸ ਬਣ ਗਏ ਉਹਦੇ ਨਾਲ ਹੀ ਕੋਰਡੀਲੇਟਨਸ ਜਿਹੜੇ ਆ ਨਾਲ ਦੀ ਨਾਲ ਸ਼ੈਡ ਕਰ ਦਿੰਦੇ ਆ। ਦੈਟਸ ਵਾਈ ਦਿਸ ਇਜ਼ ਅਪਰ ਪਾਰਟ। ਅਪਰ ਪਾਰਟ ਨੂੰ ਹਮੇਸ਼ਾ ਹੀ ਸ਼ੂਟ ਕਿਹਾ ਜਾਂਦਾ ਹੈ ਐਂਡ ਦਿਸ ਡਾਊਨ ਸਾਈਡ ਪਾਰਟ ਹਮੇਸ਼ਾ ਰੂਟ ਕਿਹਾ ਜਾਂਦਾ ਹੈ। ਬਿਕੋਜ਼ ਦਿਸ ਲੀਵਸ ਦਿਸ ਬ੍ਰਾਂਚਿਸ ਦੀਜ਼ ਆਰ ਕਮਿੰਗ ਇਨ ਸ਼ੂਟ, ਇਹਨਾਂ ਨੂੰ ਸ਼ੂਟ ਕਿਹਾ ਜਾਂਦਾ। ਦੈਟਸ ਵਾਈ ਇਟ ਗਰੋ ਅਪਵਰਡ। ਸ਼ੂਟ ਆਲਵੇਜ਼ ਗਰੋ ਅਪਵਰਡ ਐਂਡ ਰੂਟਸ ਜਿਹੜੀਆਂ ਹੁੰਦੀਆਂ ਨੇ ਉਹ ਰੂਟ ਪਾਰਟ ਦੇ ਵਿੱਚ ਆਉਂਦੀਆਂ, ਇਸ ਲਈ ਰੂਟਸ ਹਮੇਸ਼ਾ ਡਾਊਨਵਰਡ ਗਰੋ ਕਰਦੀਆਂ। ਸੋ ਦਿਸ ਵਾਜ਼ ਆਲ ਅਬਾਊਟ ਟੂਡੇਜ਼ ਚੈਪਟਰ। ਇਹ ਪਾਰਟ 1 ਸੀ। ਦਿਸ ਇਜ਼ ਪਾਰਟ 1। I will continue my class in next video with part 2. So bye guys, see you in next part.